ਹਨੇਰੇ ਵਿੱਚ ਗੁਰੂ ਘਰ। ਜੀ ਹਾਂ, ਇਹ ਗੱਲ ਸੁਣਨ ਵਿੱਚ ਬੜੀ ਅਜੀਬ ਲੱਗਦੀ ਹੈ, ਪਰ ਇਹ ਸੱਚ ਹੈ। ਕੁਝ ਸਮਾਂ ਪਹਿਲੇ ਤੱਕ ਰੌਸ਼ਨੀ ਵਿੱਚ ਜਗਮਗਾਉਣ ਵਾਲਾ ਗੁਰੂ ਘਰ ਅੱਜ ਘੁੱਪ ਹਨੇਰੇ ਵਿੱਚ ਹੈ, ਕਿਉਂਕਿ ਉੱਥੇ ਦੀ ਬਿਜਲੀ ਕੱਟੀ ਜਾ ਚੁੱਕੀ ਹੈ, ਬਿਜਲੀ ਦਾ ਬਿੱਲ ਨਾ ਭਰਨ ਕਾਰਨ। ਕਿੱਥੇ ਹੈ ਉਹ ਸਥਾਨ? ਆਓ ਤੁਹਾਨੂੰ ਉਸ ਸਥਾਨ ਤੇ ਲੈ ਚੱਲਦੇ ਹਾਂ। ਬਰਤਾਨੀਆ ਹਕੂਮਤ ਦੌਰਾਨ ਫਿਰੰਗੀਆਂ ਨੇ ਇੱਕ ਵਾਰ ਸ਼ਿਮਲਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਇੱਕ ਵਾਰ ਦੀ ਗੱਲ ਹੈ, ਇੱਕ ਅੰਗਰੇਜ਼ ਲਾਰਡ ਨੇ ਮਹਾਰਾਜਾ ਪਟਿਆਲਾ ਉੱਤੇ ਸ਼ਿਮਲਾ ਵਿੱਚ ਵੜਨ ਤੇ ਪਾਬੰਦੀ ਲਗਾ ਦਿੱਤੀ, ਪਰ ਮਹਾਰਾਜਾ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਤੇ ਸ਼ਿਮਲਾ ਦੇ ਸਾਹਮਣੇ ਪਹਾੜੀ ਇਲਾਕਾ ਚਹਿਲ ਨੂੰ ਪਟਿਆਲਾ ਰਿਆਸਤ ਦੀ ਗਰਮੀਆਂ ਦੀ ਰਾਜਧਾਨੀ ਬਣਾਇਆ। ਇੱਥੇ ਉਹਨਾਂ ਨੇ ਆਪਣੇ ਰਹਿਣ ਲਈ ਇੱਕ ਛੋਟਾ ਜਿਹਾ ਮਹਿਲ ਬਣਵਾਇਆ। ਇੱਕ ਪੋਲੋ ਗਰਾਊਂਡ, ਕ੍ਰਿਕਟ ਗਰਾਊਂਡ ਅਤੇ ਹੋਰ ਕਈ ਇਮਾਰਤਾਂ ਦਾ ਨਿਰਮਾਣ ਕਰਵਾਇਆ। ਲੇਕਿਨ ਸਭ ਤੋਂ ਪਹਿਲਾਂ ਮਹਾਰਾਜਾ ਨੇ ਗੁਰੂ ਘਰ ਦੀ ਨੀਂਹ ਰਖਵਾਈ ਤੇ ਸਨ 1907 ਦੇ ਵਿੱਚ ਇੱਥੇ ਇੱਕ ਖੂਬਸੂਰਤ ਇਮਾਰਤ ਤਿਆਰ ਹੋਈ, ਜਿਸ ਵਿੱਚ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੁਸ਼ੋਭਿਤ ਕੀਤਾ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਮਹਾਰਾਜਾ ਦੁਆਰਾ ਬਣਾਈਆਂ ਇਹਨਾਂ ਸਭ ਇਮਾਰਤਾਂ ਦਾ ਪ੍ਰਬੰਧ ਭਾਰਤ ਸਰਕਾਰ ਦੇ ਅਧੀਨ ਆ ਗਿਆ। ਅੱਜ ਗੁਰਦੁਆਰਾ ਸਾਹਿਬ ਚਹਿਲ ਦੀ ਇਸ ਇਮਾਰਤ ਦਾ ਪ੍ਰਬੰਧ ਵੀ ਹਿਮਾਚਲ ਸਰਕਾਰ ਦੇ ਅਧੀਨ ਹੈ ਅਤੇ ਸਰਦਾਰ ਪ੍ਰਿਤਪਾਲ ਸਿੰਘ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਕੇਅਰ ਟੇਕਰ ਵਜੋਂ ਸਰਕਾਰ ਵੱਲੋਂ ਤਾਇਨਾਤ ਹਨ। ਪਿਛਲੇ ਕਈ ਬਰਸਾਂ ਤੋਂ ਇੱਥੇ ਗੁਰੂ ਘਰ ਦੀ ਮਰਿਆਦਾ ਕਾਇਮ ਰੱਖਣ ਲਈ ਕੋਈ ਪਾਠੀ ਸਿੰਘ, ਰਾਗੀ ਜਾਂ ਗ੍ਰੰਥੀ ਸਿੰਘ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਅਤੇ ਸਰਦਾਰ ਪ੍ਰਿਤਪਾਲ ਸਿੰਘ ਅੰਮ੍ਰਿਤਧਾਰੀ ਨੇ, ਪੜ੍ਹੇ ਲਿਖੇ ਨੇ, ਇਸ ਲਈ ਮਰਿਆਦਾ ਕਾਇਮ ਰੱਖਣ ਦਾ ਜ਼ਿੰਮਾ ਵੀ ਉਹੀ ਪੂਰਾ ਕਰ ਰਹੇ ਨੇ। 11 ਸਾਲ ਬਾਅਦ ਮੈਨੂੰ ਇੱਥੇ ਚਹਿਲ ਗੁਰਦੁਆਰਾ ਸਾਹਿਬ ਵਿੱਚ ਮੇਰੀ ਟ੍ਰਾਂਸਫਰ ਕਰ ਦਿੱਤੀ ਗਈ ਹੈ, ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਮੈਂ ਆ ਕੇ ਦੇਖਿਆ ਕਿ ਗੁਰਦੁਆਰਾ ਸਾਹਿਬ 'ਚ ਬਹੁਤ ਬੇਅਦਬੀ ਹੋ ਰਹੀ ਹੈ। ਇੱਥੇ ਨਾ ਕੋਈ ਪਾਠ ਕਰਨ ਵਾਲਾ ਹੈ ਤੇ ਨਾ ਹੀ ਕੋਈ ਜ਼ਿਆਦਾ ਸੰਗਤ ਹੈ। ਮੈਂ ਪੜ੍ਹਿਆ ਲਿਖਿਆ, ਮੈਂ ਐਮਏ ਪੰਜਾਬੀ ਕੀਤੀ ਹੋਈ ਹੈ, ਇਸ ਕਰਕੇ ਮੈਂ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਦੀ ਸੇਵਾ ਤੋਂ ਇਲਾਵਾ ਗ੍ਰੰਥੀ, ਚੌਕੀਦਾਰ, ਮਾਲੀ, ਜਮਾਦਾਰ ਤੇ ਕੇਅਰ ਟੇਕਰ ਦੇ ਤੌਰ ਤੇ ਵੀ ਕੰਮ ਕਰ ਰਿਹਾ। ਇੱਥੇ ਸਿੱਖ ਪਰਿਵਾਰ ਦੇ ਨਾਂ ਤੇ ਸਿਰਫ 3 ਹੀ ਮੈਂਬਰ ਹਨ। ਹੋਰ ਇੱਥੇ ਕੋਈ ਟੂਰਿਸਟ ਹੀ ਆਏ ਤਾਂ ਆਏ, ਨਹੀਂ ਤੇ ਇੱਥੇ ਲੋਕਲ ਕੋਈ ਵੀ ਸੰਗਤ ਨਹੀਂ ਹੈ। ਪਰ ਕਿਉਂਕਿ ਗੁਰਦੁਆਰਾ ਸਾਹਿਬ ਇੱਕ ਧਾਰਮਿਕ ਸਥਾਨ ਹੈ, ਇੱਥੇ ਗੁਰੂ ਘਰ ਦੀ ਮਰਿਆਦਾ ਕਾਇਮ ਰੱਖਣੀ ਜ਼ਰੂਰੀ ਹੈ। ਸਵੇਰੇ ਸ਼ਾਮ ਨਿਤਨੇਮ ਹੋਣਾ ਜ਼ਰੂਰੀ ਹੈ, ਗੁਰਬਾਣੀ ਕੀਰਤਨ ਵੀ ਜ਼ਰੂਰੀ ਚਾਹੀਦਾ। ਮੇਰੀ 3 ਬੇਟੀਆਂ ਸਕੂਲ ਪੜ੍ਹਨ ਵਾਲੀਆਂ ਬੇਟੀਆਂ ਹਨ। 3 ਬੇਟੀਆਂ ਕੀਰਤਨ ਕਰ ਲੈਂਦੀਆਂ ਹਨ, ਉਹ ਪ੍ਰਕਾਸ਼ ਸੁਖਾਸਨ ਵੀ ਕਰਦੀਆਂ ਹਨ, ਬਾਣੀ ਸਾਰਾ ਪਾਠ ਕਰ ਲੈਂਦੀਆਂ ਹਨ। ਇਸ ਕਰਕੇ ਮੈਂ ਪਿਛਲੇ 5 ਸਾਲ ਤੋਂ ਇੱਥੇ ਗੁਰਦੁਆਰਾ ਸਾਹਿਬ ਚਹਿਲ 'ਚ ਮੈਂ ਸੇਵਾ ਨਿਭਾ ਰਿਹਾ ਹਾਂ। ਗੁਰੂ ਘਰ ਵਿੱਚ ਆ ਕੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਭਰ ਕਰਨ ਨਾਲ ਹੀ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ ਅਤੇ ਬਾਣੀ ਸੁਣ ਕੇ ਤਾਂ ਹਨੇਰੇ ਮਨਾਂ ਵਿੱਚ ਵੀ ਚਾਨਣ ਹੋ ਜਾਂਦਾ ਹੈ। ਸਾਡੀ ਟੀਮ ਨੇ ਜਦੋਂ ਇਸ ਸਥਾਨ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਗੁਰਦੁਆਰੇ ਦਾ ਪ੍ਰਬੰਧ ਵੀ ਉਂਝ ਹੀ ਸਰਕਾਰ ਦੇ ਅਧੀਨ ਹੈ ਜਿਵੇਂ ਮਹਿਲ ਦਾ ਹੈ, ਲੇਕਿਨ ਕਿੰਨਾ ਫਰਕ ਹੈ। ਮਹਿਲ 'ਚ ਜਗਮਗਾਉਂਦੀਆਂ ਰੋਸ਼ਨੀਆਂ ਤੇ ਗੁਰੂ ਘਰ ਵਿੱਚ ਹਨੇਰਾ, ਘੁੱਪ ਹਨੇਰਾ। ਸੰਗਤਾਂ ਮਹਿਸੂਸ ਕਰ ਸਕਦੀਆਂ ਹਨ ਕਿ ਮੋਮਬੱਤੀਆਂ ਦੀ ਰੋਸ਼ਨੀ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇਗਾ, ਕਿਵੇਂ ਪਾਠ ਹੁੰਦਾ ਹੋਵੇਗਾ, ਕਿਵੇਂ ਸ਼ਬਦ ਕੀਰਤਨ। ਤੇ ਕਿਵੇਂ ਸੁਖਾਸਨ ਤੇ ਸੁਖਾਸਨ ਵਾਲੇ ਕਮਰੇ ਵਿੱਚ ਘੁੱਪ ਹਨੇਰਾ। ਬੜੇ ਅਫਸੋਸ ਦੀ ਗੱਲ ਹੈ,
पिछले 24 मार्च तो गुरुद्वारा साहब चैल की लाइट कट्टी गई है, क्योंकि गुरुद्वारा साहब हिमाचल प्रदेश सरकार के अधीन है। इस करके एडमिनिस्ट्रेशन की जिम्मेवारी है कि गुरुद्वारा साहब की देखभाल ते बिजली बिलों की अदायगी सरकार वालों की जानी चाहिए है। पर पिछले 8 साल तो गुरुद्वारा साहब की बिजली बिलों की अदायगी नहीं की गई, तो इस करके 8 सालों वो बिल वध के 92,705 रुपये हो गए सन। इस करके बिजली बोर्ड ने गुरुद्वारा साहब की लाइट कट दी है। बड़े अफसोस की गल है कि ਇਹੋ ਜਿਹੇ धार्मिक स्थान से ਜਿਹੜਾ एक 1907 ਦਾ ਬਣਿਆ धार्मिक स्थान है, उसकी इस तरह बेअदबी हो रही है। मैं बिजली के लिए SDM कंडाघाट DC साहब सोलन ਨੂੰ भी मिल चुका हाँ, गवर्नर साहब CM साहब ਨੂੰ भी फैक्स कर चुका। SDM कंडाघाट ਨੂੰ ਜਦੋਂ मैं मिला उन्होंने बेनती की गुरुद्वारा साहब की लाइट चालू कराने ਲਈ। वो कहते उन्होंने जवाब दिता कि सरकार को किसी तरह का कोई भी फंड नहीं है, ये तुसी अपनी संगतां तो अपने गुरसिख संगतां तो फंड इकट्ठा करके गुरुद्वारा साहब के बिजली के बिल की पेमेंट करो। तो DC साहब सोलन ਨੂੰ बेनती की, उन्होंने भी जवाब दिता, कहते साढ़े कोल कोई फंड नहीं है, ना ही गौरमेंट को कोई ऐसा हद है जिस तो असी गुरुद्वारा साहब के बिजली के बिलों की पेमेंट कर सकीए। मैं श्रोमणी कमेटी ਨੂੰ भी कई बार लिख चुका कि गुरुद्वारा साहब की बेअदबी ਨੂੰ रोकने ਲਈ गुरुद्वारा साहब की सेवा संभाल अपने हाथ से लैन। पर अज तक कई सालों तो बेनती पत्र भी लिख चुका, मैं फैक्स भी कर चुका, पर अज तक किसी किस्म का कोई जवाब नहीं आया, तो ना ही उन्होंने कोई उपराला किया है। इतों की लोकल कमेटियां ਨੂੰ मौजूद सजना ਨੂੰ भी मैं बेनती की है कि एक मौजूद सजना की कोई प्रबंधक कमेटी बना दी जाए, तो जो गुरुद्वारा साहब की सेवा संभाल हो सके ਤੇ ਖਰਚੇ ਦਾ ਵੀ ਕੁਝ ਨਾ ਕੁਝ ਦੇਖਭਾਲ ਕੀਤੀ ਜਾ ਸਕੇ। ਹੁਣ ਮੁੱਕਦੀ ਗੱਲ ਇਹ ਹੈ ਕਿ ਨਾ ਤਾਂ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਨਾ ਹੀ ਸਿੱਖ ਸੰਗਤਾਂ ਇਸ ਸਥਾਨ ਨੂੰ ਸਰਕਾਰ ਕੋਲੋਂ ਆਪਣੇ ਪ੍ਰਬੰਧ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਤੇ ਨਾ ਹੀ ਹਿਮਾਚਲ ਸਰਕਾਰ ਇਸ ਗੁਰਦੁਆਰੇ ਲਈ ਕੋਈ ਕਮੇਟੀ ਜਾਂ ਕੋਈ ਟਰਸਟ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਗੁਰਦੁਆਰੇ ਵਿੱਚੋਂ ਕੋਈ ਆਮਦਨ ਨਹੀਂ, ਇਸ ਲਈ ਟਰਸਟ ਨਹੀਂ ਬਣਾਇਆ ਜਾ ਸਕਦਾ। सवाल ये पैदा होता है कि अगर किसी गुरुद्वारे विचों कोई आमदन नहीं तां की वो गुरु घर नहीं? क्या उसकी मान मर्यादा का पूरा ख्याल नहीं रखना चाहिए? क्या असी रोज़ अरदासां विच सिर्फ आमदन वाले गुरुद्वारियां दी ही सेवा संभाल मंगदे हाँ? किसी किस्म का किसी भी सज्जन या किसी कमेटी या किसी NGO वालों कोई सहयोग नहीं है। जे कोई कमेटी या NGO गुरुद्वारा साहब ਲਈ कोई फंड इकट्ठा भी कर रही है तो इलीगल तौर पर वो कर रही है। किसी ਨੂੰ सरकार वालों ऐसी कोई इजाज़त नहीं दी गई जो कि गुरुद्वारा साहब ਲਈ कोई ऐसा फंड इकट्ठा किया जा सके। तो ना ही किसी कमेटी ने अज तक इतने कोई पिछले 5 सालों तो कोई काम नहीं गुरुद्वारा साहब से करवाया। गुरुद्वारा साहब की हालत इन्नी खस्ता है, छत्तां टुटियां हुई हैं, फर्श टुटे हुए हैं, बिल्डिंग अनसेफ डिकलेयर की हुई है। जिस जगह ते असी मैं अपना परिवार तीनों बेटियां तो मिसिज समेत रह रहे हैं, वो भी अनसेफ डिकलेयर की हुई है। किसी टाइम ही कोई हादसा हो सकता है, उसकी जिम्मेवारी सरकार की होएगी। साडी टीम ने उस जगह का भी जायजा लिया जिथे गुरुद्वारे दे सेवादार ਜਾਂ कह लो कि केयर टेकर सरदार प्रितपाल सिंह अपने परिवार सहित रह रहे हैं। बेशक इस जगह की बहुत ही माड़ी हालत है। जगह जगह ते डूंघियां तरेड़ां, टुटियां छत्तां जो अखबारां नाल लुकोईयां होईयां हन। हालांकि सरकार ने खुद इस इमारत नूं अनसेफ डिक्लेयर कर रखा है ताकि उन्होंने सरदार प्रितपाल सिंह दे परिवार लई रहण दा कोई होर माकूल इंतजाम क्यों नहीं किया? किसी हादसे का इंतजार है? हुण सोचण वाली गल यह है कि अगर सरकार नहीं सोच रही तो फिर सिख संगतां क्यों नहीं सोच सकती? क्योंकि मामला एक केयर टेकर का ही नहीं सगों मामला गुरु घर दे एक वजीर का भी है। गुरु घर की इमारत का भी कुछ अजिहा ही हाल है। थां थां तो चौंदा पानी जो
ਅੰਦਰ ਦੇ ਕਾਲੀਨ, ਚਾਦਰਾਂ ਅਤੇ ਪਾਲਕੀ ਉੱਤੇ ਟਿਪ ਟਿਪ ਪੈਂਦਾ ਹੈ ਤਾਂ ਖਰਾਬ ਕਰਦਾ ਹੈ। ਮੈਂ ਸਭ ਗੁਰਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਕਿਉਂਕਿ ਗੁਰਦੁਆਰਾ ਸਾਹਿਬ ਸਭ ਦਾ ਇੱਕ ਪੂਜਾ ਸਥਾਨ ਹੈ, ਇਹ ਕਿਸੇ ਦੀ ਪਰਸਨਲ ਜਾਇਦਾਦ ਨਹੀਂ ਹੈ। ਹਰ ਗੁਰਸਿੱਖ ਆਪਣੀ ਸ਼ਰਧਾ ਅਤੇ ਆਪਣੀ ਹੈਸੀਅਤ ਮੁਤਾਬਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਸਕਦਾ ਹੈ, ਤਾਂ ਜੋ ਗੁਰਦੁਆਰਾ ਸਾਹਿਬ ਦੀ ਤੇ ਗੁਰੂ ਘਰ ਦੀ ਬੇਅਦਬੀ ਨਾ ਹੋਏ। ਹਾਲਾਂਕਿ ਗੁਰਦੁਆਰਾ ਸਾਹਿਬ ਲਈ ਕਿਸੇ ਕਿਸਮ ਦਾ ਕੋਈ ਫੰਡ ਨਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਨਾ ਕੋਈ ਸੰਗਤ ਵੱਲੋਂ ਜ਼ਿਆਦਾ ਇੱਥੇ ਨਾ ਕੋਈ ਚੜਾਵਾ ਹੈ, ਕੋਈ ਸੰਗਤ ਆਉਂਦੀ ਵੀ ਨਹੀਂ ਹੈ। ਇਕੱਲਾ ਹੀ ਮੈਨੂੰ ਪ੍ਰਬੰਧ ਕਰਨ ਵਿੱਚ ਬਹੁਤ ਹੀ ਮੁਸ਼ਕਲ ਹੋ ਰਹੀ ਹੈ। ਬੇਸ਼ੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਪ੍ਰਬੰਧ ਸਰਕਾਰ ਅਧੀਨ ਹੈ, ਪਰ ਗੁਰੂ ਗ੍ਰੰਥ ਸਾਹਿਬ ਤਾਂ ਸਭ ਗੁਰਸਿੱਖਾਂ ਦਾ, ਸਾਰੀ ਦੁਨੀਆ ਦਾ ਸਾਂਝਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਰੱਖਣ ਲਈ ਗੁਰਦੁਆਰਾ ਸਾਹਿਬ ਦੀ ਸੇਵਾ, ਬਿਲਡਿੰਗ ਦਾ ਉਚਿਤ ਪ੍ਰਬੰਧ, ਹੋਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਤੇ ਹੋਰ ਸੇਵਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਮਿਲ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਉਣ, ਤਾਂ ਕਿ ਗੁਰੂ ਘਰ ਦੀ ਮਾਨ ਮਰਿਆਦਾ ਕਾਇਮ ਕੀਤੀ ਜਾ ਸਕੇ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਉਹ ਆਪ ਇੱਥੇ ਆਉਣ, ਇੱਥੇ ਆ ਕੇ ਗੁਰੂ ਘਰ ਦਾ ਮਾਹੌਲ ਦੇਖਣ, ਇੱਥੋਂ ਦੇ ਹਾਲਾਤ ਦੇਖਣ ਤੇ ਆਪਣੀ ਹੱਥੀਂ ਕਾਰ ਸੇਵਾ ਕਰਾਉਣ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਕੋਈ ਮਾਇਆ ਦਿਓ ਜਾਂ ਕਿਸੇ ਕਿਸਮ ਦੀ ਮੇਰੀ ਕੋਈ ਹੈਲਪ ਕਰੋ। ਮੈਨੂੰ ਨਹੀਂ, ਮੈਂ ਤਾਂ ਇੱਕ ਕੇਅਰ ਟੇਕਰ ਹਾਂ, ਇੱਕ ਸੇਵਾਦਾਰ ਹਾਂ। ਮੈਂ ਸੇਵਾਦਾਰ ਦੇ ਤੌਰ ਤੇ ਸਹਿਯੋਗ ਜ਼ਰੂਰ ਦੇਵਾਂਗਾ, ਪੂਰਾ ਪਰਿਵਾਰ ਸਹਿਯੋਗ ਦੇਗਾ। ਸੰਗਤਾਂ ਆਪ ਖੁਦ ਆ ਕੇ ਇੱਥੇ ਸੇਵਾ ਕਰਾਉਣ, ਜੋ ਗੁਰੂ ਘਰ ਦਾ ਕੰਮ ਕਰਾਉਣਾ ਹੈ ਆਪਣੇ ਹੱਥੀਂ ਕਰਾਉਣ, ਚਾਹੇ ਕਿਸੇ ਠੇਕੇਦਾਰ ਤੋਂ ਕਰਾਉਣ ਜਾਂ ਹੋਰ ਜਿਸ ਤਰ੍ਹਾਂ ਵੀ ਉਪਰਾਲਾ ਹੋਏ, ਜਾਂ ਗੌਰਮੈਂਟ ਨਾਲ ਮੇਲ ਮਿਲਾਪ ਕਰਕੇ ਤੇ ਸਰਕਾਰ ਵੱਲੋਂ ਵੀ ਕੁਝ ਹੈਲਪ ਕਰਾਈ ਜਾਏ। ਹੁਣ ਸਮਾਂ ਆ ਗਿਆ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸ਼ਰਧਾ ਰੱਖਣ ਵਾਲੇ ਹਰ ਸਿੱਖ ਨੂੰ ਇਹ ਯਤਨ ਕਰਨਾ ਪਵੇਗਾ ਕਿ ਉਹ ਸਿਰਫ ਗੁਰਦੁਆਰੇ ਦੀ ਸੇਵਾ ਸੰਭਾਲ ਸਰਕਾਰ ਕੋਲੋਂ ਮਿਲਣ ਦੀ ਉਡੀਕ ਵਿੱਚ ਹੱਥ ਉੱਤੇ ਹੱਥ ਰੱਖ ਕੇ ਬੈਠੇ ਨਾ ਰਹਿਣ। ਇਹ ਸਰਕਾਰੀ ਮਸਲੇ ਨੇ, ਆਹਿਸਤਾ ਆਹਿਸਤਾ ਹੀ ਹੱਲ ਹੋਣਗੇ। ਲੇਕਿਨ ਅਗਰ ਗੁਰੂ ਘਰ ਦੀ ਮਰਿਆਦਾ ਜਾਂ ਗੁਰੂ ਘਰ ਦੀ ਬੇਅਦਬੀ ਹੋ ਰਹੀ ਹੈ ਤਾਂ ਸਾਨੂੰ ਕਦਮ ਜ਼ਰੂਰ ਚੁੱਕਣੇ ਚਾਹੀਦੇ ਨੇ। ਸੇਵਾ ਰਾਹੀਂ ਅਸੀਂ ਇੱਥੇ ਗੁਰਦੁਆਰੇ ਦੀ ਇਮਾਰਤ ਵੀ ਠੀਕ ਕਰਾ ਸਕਦੇ ਹਾਂ ਤੇ ਸੇਵਾਦਾਰਾਂ ਦੇ ਰਹਿਣ ਲਈ ਜਾਂ ਯਾਤਰੂਆਂ ਦੇ ਰਹਿਣ ਲਈ ਉਚਿਤ ਪ੍ਰਬੰਧ ਵੀ ਕਰ ਸਕਦੇ ਹਾਂ। ਇਹ ਗੁਰੂ ਘਰ ਨੂੰ ਮੰਨਣ ਵਾਲਿਆਂ ਦਾ ਇੱਕ ਜ਼ਰੂਰੀ ਫਰਜ਼ ਬਣਦਾ ਹੈ। ਲੇਕਿਨ ਸਭ ਤੋਂ ਪਹਿਲਾ ਕੰਮ ਤਾਂ ਇਸ ਗੁਰੂ ਘਰ ਵਿੱਚ ਰੌਸ਼ਨੀ ਦਾ ਪ੍ਰਬੰਧ ਕਰਨਾ ਹੈ, ਕਿਉਂਕਿ ਜਿੱਥੋਂ ਸਾਨੂੰ ਗਿਆਨ ਦੀ ਰੌਸ਼ਨੀ ਪ੍ਰਾਪਤ ਹੁੰਦੀ ਹੈ ਉਹ ਅਸਥਾਨ ਹਨੇਰੇ ਵਿੱਚ ਨਹੀਂ ਰਹਿਣਾ ਚਾਹੀਦਾ।